आइए सब जन अपने अपने स्थानों के ऊपर बैठ जाएं। आप जानते हैं कि जब जब भी हम पूरे विश्वास के साथ प्रार्थना को ग्रहण करते हैं तो परमेश्वर हमारे जीवनों में बड़े कामों को करता है, यानी बड़ी गवाहियां परमेश्वर हमारे जीवनों में पैदा करता है। और बीते समय में जिन लोगों ने पूरे विश्वास के साथ प्रार्थना को ग्रहण किया, परमेश्वर ने उनके जीवनों में बड़े काम किए, यानी बड़ी गवाहियां परमेश्वर ने उनके जीवनों में पैदा की। और कुछ टेस्टमनीज हम इंस्टेंटली सुन लेते हैं शॉर्ट में, लेकिन जब हम पूरी टेस्टमनी उनकी सुनते हैं, जब उसकी वीडियो टेस्टमनी हम सुनते हैं, तो हमारा फेथ और भी परमेश्वर के ऊपर बढ़ता है और हम अपनी गवाही के और भी नजदीक चले जाते हैं। तो ये सब जन अपने स्थानों को ग्रहण करें और हम सब जन कुछ वीडियो टेस्टमनीज को देखेंगे। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਸ਼ਿਲਪਾ, ਮੈਂ ਲੁਧਿਆਣਾ ਦੀ ਰਹਿਣ ਵਾਲੀ ਹਾਂ। ਅੱਜ ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ। ਅਕਤੂਬਰ 2022 ਦੇ ਵਿੱਚ ਮੇਰੀ ਮੈਰਿਜ ਹੋਈ ਔਰ ਮੈਂ ਔਰ ਮੇਰੇ ਹਸਬੈਂਡ ਆਪਸ ਦੇ ਵਿੱਚ ਬਹੁਤ ਹੈਪੀ ਸੀ ਮੈਰਿਡ ਲਾਈਫ ਨੂੰ ਲੈ ਕੇ। ਉਸ ਤੋਂ ਬਾਅਦ ਅਸੀਂ ਕੁਝ ਟਾਈਮ ਦੇ ਬਾਅਦ ਬੇਬੀ ਪਲਾਨ ਕੀਤਾ ਔਰ 2024 ਮਾਰਚ ਵਿੱਚ ਮੈਂ ਫਸਟ ਟਾਈਮ ਪ੍ਰੈਗਨੈਂਟ ਹੋਈ। ਜਦੋਂ ਮੈਂ ਫਸਟ ਟਾਈਮ ਪ੍ਰੈਗਨੈਂਟ ਹੋਈ ਤੇ ਮੈਂ ਬਹੁਤ ਖੁਸ਼ ਸੀ ਔਰ ਮੇਰੇ ਹਸਬੈਂਡ ਵੀ ਸੁਣ ਕੇ ਬਹੁਤ ਖੁਸ਼ ਹੋਏ, ਮੇਰੇ ਮਦਰ ਇਨ ਲਾ ਸਾਰੇ ਘਰ ਦੇ ਮਤਲਬ ਬਹੁਤ ਖੁਸ਼ ਹੋਏ ਇਹ ਸੁਣ ਕੇ। ਤੇ ਫਿਰ ਆਪਾਂ ਡਾਕਟਰ ਕੋਲ ਗਏ ਔਰ ਡਾਕਟਰ ਨੇ ਸਕੈਨ ਕੀਤੀ ਮੇਰੀ ਔਰ ਮੈਨੂੰ ਮੇਰੀ ਪ੍ਰੈਗਨੈਂਸੀ ਨੂੰ ਮਤਲਬ 1.5 ਮਹੀਨਾ ਹੋ ਚੁੱਕਿਆ ਸੀ ਔਰ ਮੈਨੂੰ ਪਤਾ ਨਹੀਂ ਸੀ। ਔਰ 1.5 ਮਹੀਨੇ ਬਾਅਦ ਜਦੋਂ ਮੈਂ ਡਾਕਟਰ ਕੋਲ ਗਈ ਤੇ ਮੈਂ ਸਾਡੀ ਸਕੈਨ ਹੋਈ, ਮੇਰੀ ਸਕੈਨ ਹੋਈ ਤੇ ਸਕੈਨ ਬਿਲਕੁਲ ਨੋਰਮਲ ਆਈ ਸੀ। ਔਰ ਉਸ ਤੋਂ ਬਾਅਦ ਮੈਂ ਆਪਣੇ ਪ੍ਰੈਗਨੈਂਸੀ ਨੂੰ ਲੈ ਕੇ ਮੈਂ ਔਰ ਮੇਰੇ ਹਸਬੈਂਡ ਬਹੁਤ ਹੀ ਹੈਪੀ ਸੀ। ਤੇ ਜਦੋਂ ਉਸ ਤੋਂ ਬਾਅਦ ਜਦੋਂ 3rd ਮੰਥ ਮੈਨੂੰ ਸਟਾਰਟ ਹੋਇਆ ਤੇ ਮੈਨੂੰ ਬਲੀਡਿੰਗ ਹੋ ਗਈ ਸੀ ਤੇ ਉਸ ਟਾਈਮ ਫਿਰ ਮੈਂ ਬਹੁਤ ਜ਼ਿਆਦਾ ਡਰ ਗਈ ਸੀ, ਮਤਲਬ ਬਹੁਤ ਜ਼ਿਆਦਾ ਮੈਂ ਘਬਰਾ ਗਈ। ਮੈਂ ਔਰ ਮੇਰੇ ਹਸਬੈਂਡ ਬਹੁਤ ਜ਼ਿਆਦਾ ਘਬਰਾ ਗਏ ਸੀ ਤੇ ਅਸੀਂ ਸੋਚਿਆ ਕਿ ਮਤਲਬ ਬਲੀਡਿੰਗ ਹੋਈ ਹੈ ਤੇ ਮੇਬੀ ਮਿਸਕੈਰੇਜ ਹੋ ਗਿਆ ਮੇਰਾ। ਤੇ ਮੈਂ ਬਹੁਤ ਰੋਣ ਲੱਗ ਪਈ, ਮੈਂ ਬੜੀ ਪਰੇਸ਼ਾਨ ਹੋ ਗਈ। ਤੇ ਉਸ ਤੋਂ ਬਾਅਦ ਮੇਰੇ ਹਸਬੈਂਡ ਮੈਨੂੰ ਉਸੇ ਟਾਈਮ ਡਾਕਟਰ ਦੇ ਕੋਲ CMC ਅਸੀਂ ਹਸਪੀਟਲ ਗਏ, ਮੈਨੂੰ ਡਾਕਟਰ ਦੇ ਕੋਲ ਲੈ ਕੇ ਗਏ, ਗਾਇਨੇਕੋਲੋਜਿਸਟ ਦੇ ਕੋਲ। ਔਰ ਜਦੋਂ ਆਪਾਂ ਹਸਪੀਟਲ ਗਏ ਤੇ ਮੈਂ ਕਿਹਾ ਡਾਕਟਰ ਸਾਹਿਬ ਵੀ ਕੀ ਹੋ ਗਿਆ ਵਾ ਕਿ ਮੈਨੂੰ ਬਲੀਡਿੰਗ ਹੋ ਗਿਆ। ਮੈਂ ਉਹਨਾਂ ਨੂੰ ਦੱਸਿਆ, ਮੈਂ ਉਹਨਾਂ ਨੂੰ ਪੁੱਛਿਆ ਕਿ ਮੇਰਾ ਮਿਸਕੈਰੇਜ ਹੋ ਗਿਆ। ਉਹ ਕਹਿੰਦੇ ਨਹੀਂ, ਸਕੈਨ ਹੋਏਗੀ ਫਿਰ ਮਤਲਬ ਪਤਾ ਲੱਗੇਗਾ। ਜਦੋਂ ਮੇਰੀ ਸਕੈਨ ਹੋਈ ਤੇ ਡਾਕਟਰ ਨੇ ਕਿਹਾ ਕਿ ਬੇਬੀ ਤੁਹਾਡਾ ਸੇਫ ਆ। ਫਿਰ ਅਸੀਂ ਘਰ ਆ ਗਏ ਔਰ ਮੈਂ ਬਹੁਤ ਖੁਸ਼ ਹੋਈ ਇਹ ਸੁਣ ਕੇ ਕਿ ਮੇਰਾ ਬੇਬੀ ਸੇਫ ਆ। ਤੇ ਉਸ ਤੋਂ ਬਾਅਦ ਕੁਝ ਟਾਈਮ ਦੇ ਬਾਅਦ ਫਿਰ 7 ਮੰਥ ਜਦੋਂ ਸਟਾਰਟ ਹੋਇਆ ਤੇ ਮੈਨੂੰ ਫਿਰ ਬਲੀਡਿੰਗ ਹੋ ਗਈ। ਜਦੋਂ ਮੈਨੂੰ ਸੈਕਿੰਡ ਟਾਈਮ ਬਲੀਡਿੰਗ ਸ਼ੁਰੂ ਹੋਈ ਤਾਂ ਮੈਂ ਫਿਰ ਘਬਰਾ ਗਈ ਔਰ ਮੇਰੇ ਮਨ 'ਚ ਫਿਰ ਬਹੁਤ ਜ਼ਿਆਦਾ ਮਤਲਬ ਡਰ ਆ ਗਿਆ ਕਿ ਮੈਨੂੰ ਇੱਦਾਂ ਮਨ 'ਚ ਆਇਆ ਕਿ ਮੇਬੀ ਮੇਰਾ ਬੇਬੀ ਡੈਡ ਹੋ ਗਿਆ ਵਾ, ਕਿਉਂਕਿ ਮੈਨੂੰ ਫਿਰ ਤੋਂ ਬਲੀਡਿੰਗ ਹੋ ਗਈ। ਮੈਨੂੰ ਰਿਸਕ ਆ ਸ਼ਾਇਦ ਕੋਈ। ਤੇ ਜੋ ਅਸੀਂ ਪਲਾਨ ਕਰ ਰਹੇ ਸੀ ਆਪਾਂ ਹੈਪੀ ਸੀ ਕਿ ਮਤਲਬ ਬੇਬੀ ਨੂੰ ਕੋਈ ਮੇਰਾ ਬੇਬੀ ਹਾਰਮ ਤੇ ਨਹੀਂ ਹੋ ਗਿਆ, ਡੈਡ ਤੇ ਨਹੀਂ ਹੋ ਗਿਆ ਅੰਦਰ। ਇਹ ਸੋਚ ਕੇ ਮੈਂ ਬਹੁਤ ਘਬਰਾ ਗਈ ਸੀ। ਮੇਰੇ ਮਨ 'ਚ ਇੱਦਾਂ ਵਿਚਾਰ ਆ ਰਹੇ ਸੀ ਕਿ ਮੇਰਾ ਬੇਬੀ ਮੇਬੀ ਡੈਡ ਹੋ ਗਿਆ ਵਾ, ਕਿ ਮੈਨੂੰ ਬੇਬੀ ਨਹੀਂ ਮਿਲਣਾ, ਮੇਰਾ ਬੇਬੀ ਸੇਫਲੀ ਨਹੀਂ ਹੋਣਾ। ਉਸ ਤੋਂ ਬਾਅਦ ਮੇਰੇ ਮਨ 'ਚ ਬਹੁਤ ਸਾਰੀਆਂ ਡਿਜ਼ਾਇਰ ਸੀ ਕਿ ਮੈਂ ਬੇਬੀ ਆਏਗਾ ਤੇ ਮੈਂ ਇੱਦਾਂ ਕਰਾਂਗੇ, ਆਪਾਂ ਉਹਦੇ ਕੱਪੜੇ ਲਾਵਾਂਗੇ ਤੇ ਆਪਾਂ ਆਪਣੇ ਬੇਬੀ ਨਾਲ ਖੇਲਾਂਗੇ। ਮੈਂ ਖੁਦ ਇੱਕ ਸਟਾਫ ਨਰਸ ਹਾਂ, ਮੈਂ GNM ਕੀਤੀ ਹੋਈ ਆ ਔਰ ਮੈਂ ਜਦੋਂ ਹਸਪੀਟਲ ਜੌਬ ਕਰਦੀ ਸੀ ਤਾਂ ਮੈਂ ਇਹ ਸਭ ਚੀਜ਼ਾਂ ਦੇਖਦੀ ਸੀ। ਜੋ ਉੱਥੇ ਲੇਡੀਜ਼ ਆਉਂਦੀਆਂ ਸੀ ਜਿਨ੍ਹਾਂ ਦਾ ਮਿਸਕੈਰੇਜ ਹੋ ਜਾਂਦਾ ਸੀ ਔਰ ਬੇਬੀ ਡੈਡ ਹੋ ਜਾਂਦਾ ਸੀ। ਜਦੋਂ ਇੱਕ ਵਾਰੀ ਬਲੀਡਿੰਗ ਹੁੰਦੀ ਸੀ ਤੇ ਡਾਕਟਰ ਇਹੀ ਦੱਸਦੇ ਸੀ ਕਿ ਤੁਹਾਡਾ ਬੇਬੀ ਡੈਡ ਹੋ ਚੁੱਕਿਆ ਵਾ
ਤੇ ਤੁਹਾਡਾ ਬੇਬੀ ਨਹੀਂ ਰਿਹਾ। ਤੇ ਇਹ ਸੋਚ ਕੇ ਮੈਨੂੰ ਬਹੁਤ ਜ਼ਿਆਦਾ ਮਤਲਬ ਮੈਂ ਘਬਰਾ ਗਈ। ਮਤਲਬ ਮੈਂ ਸੋਚਦੀ ਕਿ ਸ਼ਾਇਦ ਮੇਰੇ ਨਾਲ ਵੀ ਇਦਾਂ ਹੀ ਹੋ ਗਿਆ ਜਿੱਦਾਂ ਮੈਂ ਦੇਖਦੀ ਸੀ ਹਸਪੀਟਲ 'ਚ ਜਦੋਂ ਮੈਂ ਜੌਬ ਕਰਦੀ ਸੀ। ਤੇ ਇਸ ਦੌਰਾਨ ਮੈਂ ਬਹੁਤ ਜ਼ਿਆਦਾ ਡਰ ਗਈ ਸੀ ਤੇ ਮੈਂ ਚਾਹੁੰਦੀ ਸੀ ਮੇਰਾ ਬੇਬੀ ਸੇਫ ਰਹੇ। ਤੇ ਮੈਂ ਬਹੁਤ ਜ਼ਿਆਦਾ ਘਬਰਾ ਗਈ ਸੀ, ਡਰ ਗਈ ਸੀ, ਕਿਉਂਕਿ ਮੈਂ ਲੇਡੀਜ਼ ਨੂੰ ਦੇਖਿਆ ਸੀ, ਕਿਉਂਕਿ ਉਹ ਡਿਪਰੈਸ਼ਨ 'ਚ ਚਲ ਜਾਂਦੀਆਂ ਵਾ। ਕੁਝ ਲੇਡੀਜ਼ ਮਤਲਬ ਸੁਸਾਈਡ ਕਰਨ ਦੀ ਸੋਚਦੀਆਂ ਕਿਉਂਕਿ ਉਹਨਾਂ ਦਾ ਬੇਬੀ ਡੈਡ ਹੋ ਚੁੱਕਿਆ ਹੁੰਦਾ ਵਾ। ਸੋ ਡੈਟਸ ਵਾਈ ਕਿ ਮਤਲਬ ਮੈਂ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਡਰ ਗਈ ਸੀ ਔਰ ਮੈਂ ਘਬਰਾ ਗਈ ਸੀ ਔਰ ਮੈਨੂੰ ਲੱਗਾ ਕਿ ਮਤਲਬ ਮੇਰੇ ਨਾਲ ਵੀ ਇਦਾਂ ਹੋ ਗਿਆ ਔਰ ਮੈਂ ਕਿਤੇ ਡਿਪਰੈਸ਼ਨ 'ਚ ਨਾ ਚਲੀ ਜਾਵਾਂ ਇਸ ਚੀਜ਼ ਨੂੰ ਲੈ ਕੇ। ਤੇ ਉਸ ਤੋਂ ਬਾਅਦ ਫਿਰ ਮੈਂ ਡਰ ਗਈ ਸੀ ਔਰ ਪ੍ਰੈਗਨੈਂਸੀ ਦੇ ਦੌਰਾਨ ਮੇਰੇ ਤੇ ਦੁਸ਼ਟ ਆਤਮਾ ਦਾ ਅਟੈਕ ਵੀ ਹੋਇਆ ਸੀ ਔਰ ਜੋ ਕਿ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਪ੍ਰੈਗਨੈਂਸੀ ਸੇਫ ਨਹੀਂ ਆ ਔਰ ਰਿਸਕ ਹੋ ਸਕਦਾ। ਇਸ ਕਰਕੇ ਮੈਂ ਸੋਚਿਆ ਕਿ ਮੈਨੂੰ ਪ੍ਰੈਗਨੈਂਸੀ ਸੇਫ ਚਾਹੀਦੀ ਆ ਤਾਂ ਕਿ 9 ਮੰਥ 'ਚ ਮੇਰਾ ਬੇਬੀ ਡਿਲੀਵਰ ਹੋ ਜਾਏ। ਪਰ ਜਿਸ ਸਮੇਂ ਪ੍ਰੈਗਨੈਂਸੀ ਦੇ ਦੌਰਾਨ ਮੈਨੂੰ ਮੇਰੀ ਸਿਚੁਏਸ਼ਨ ਇੱਦਾਂ ਦੀ ਸੀ ਔਰ ਮੈਨੂੰ ਦੁਸ਼ਟ ਆਤਮਾ ਦੇ ਅਟੈਕ ਹੋ ਰਹੇ ਸੀ ਔਰ ਫਿਰ ਵੀ ਮੈਨੂੰ ਪ੍ਰਭੂ ਯਿਸੂ ਮਸੀਹ 'ਤੇ ਭਰੋਸਾ ਸੀ ਔਰ ਮੈਂ ਅੰਕੁਰ ਨੂਲਾ ਮਿਨਿਸਟਰੀ ਦੇ ਨਾਲ ਵੀ ਜੁੜੀ ਹੋਈ ਸੀ 2016 ਤੋਂ। ਮੈਂ ਪਹਿਲਾਂ ਤੇ ਬਹੁਤ ਸਾਰੀਆਂ ਟੈਸਟਮਨੀਜ਼ ਸੁਣਦੀ ਆ ਰਹੀ ਸੀ ਜਿਸ ਕਰਕੇ ਮੇਰਾ ਫੇਥ ਪ੍ਰਭੂ ਯਿਸੂ ਮਸੀਹ 'ਤੇ ਸੀ। ਟੈਸਟਮਨੀਜ਼ ਸੁਣਨ ਦੇ ਨਾਲ ਮੈਨੂੰ ਵਿਸ਼ਵਾਸ ਸੀ ਕਿ ਜਿਸ ਪਰਮੇਸ਼ਰ ਨੇ ਮੈਨੂੰ ਬੇਬੀ ਦਿੱਤਾ ਵਾ ਉਹੀ ਪਰਮੇਸ਼ਰ ਇਸ ਬੇਬੀ ਨੂੰ ਸੰਭਾਲ ਕੇ ਰੱਖੇਗਾ, ਉਹਦੀ ਸਾਂਭਤ ਦੁਆਰਾ ਬੇਬੀ ਸੇਫ ਰਹੇਗਾ। ਇਸ ਦੌਰਾਨ ਮੈਂ ਜ਼ੂਮ ਐਪ ਦੀਆਂ ਬਹੁਤ ਸਾਰੀਆਂ ਟੈਸਟਮਨੀਜ਼ ਸੁਣੀਆਂ ਸੀ ਜੋ ਹਸਪੀਟਲ ਪੇਸ਼ੈਂਟਸ ਹੁੰਦੇ ਸੀ, ਪਰਮੇਸ਼ਰ ਦੇ ਦਾਸ ਔਰ ਦਾਸੀ ਉਹਨਾਂ ਤੇ ਜ਼ੂਮ ਲਿੰਕ ਹੈਂਡ ਪ੍ਰੇਅਰ ਕਰਦੇ ਸੀ ਔਰ ਉਹ ਚੰਗੇ ਹੋ ਜਾਂਦੇ ਸੀ, ਜਿਸ ਨਾਲ ਮੇਰਾ ਵਿਸ਼ਵਾਸ ਫੇਥ ਬਹੁਤ ਜ਼ਿਆਦਾ ਵੱਧ ਗਿਆ ਸੀ। ਫਿਰ 29 ਸੈਪਟੈਂਬਰ 2024 ਨੂੰ ਪਰਮੇਸ਼ਰ ਦੇ ਦਾਸ ਨੇ ਜ਼ੂਮ ਐਪ ਦੁਆਰਾ ਮੇਰੇ ਤੇ ਪ੍ਰੇਅਰ ਕੀਤੀ। जैम से कि पापा जी। आपका नाम क्या है? शिल्पा पापा जी। शिल्पा है ना, वही। क्या प्रॉब्लम है आपको? क्या लिखा है? CIP क्या होता है? पापा जी प्रेगनेंसी है 8 मंथ्स चल रहा है और बार बार ब्लीडिंग हो जाती है और ड्रीम्स में अटैक करता है डेवी। ओके, तुम टेस्टमनी के साथ वापस आओगी, कोई अटैक नहीं होगा। आमीन आमीन अपने पेट पे हाथ रखो। आमीन। मुझे छू पाक रू, मुझे छू आमीन आमीन। मुझे छू। आमीन। शिल्पा, यीशु के नाम में कोई अटैक नहीं, कोई अटैक नहीं। तुम गवाही के साथ वापस आओगी बहुत जल्द इन जीसस ने। ਪਰਮੇਸ਼ਰ ਦੇ ਦਾਸ ਨੇ ਜਦ ਮੇਰੇ ਤੇ ਲੇ ਹੈਂਡ ਕੀਤਾ ਔਰ ਅਪੋਸਟਲ ਜੀ ਨੇ ਮੈਨੂੰ ਵਰਡਸ ਦਿੱਤੇ ਤੇ ਮੈਂ ਉਸ ਵਕਤ ਮੈਨੂੰ ਬਹੁਤ ਜ਼ਿਆਦਾ ਅਨੋਇੰਟਿੰਗ ਫੀਲ ਹੋ ਰਹੀ ਸੀ। ਪਰਮੇਸ਼ਰ ਦੇ ਦਾਸ ਜਦੋਂ ਮੇਰੇ ਤੇ ਪ੍ਰਾਰਥਨਾ ਲੇ ਹੈਂਡ ਕਰ ਰਹੇ ਸੀ ਤੇ ਮੈਨੂੰ ਬਹੁਤ ਜ਼ਿਆਦਾ ਅਨੋਇੰਟਿੰਗ ਫੀਲ ਹੋ ਰਹੀ ਸੀ ਔਰ ਮੈਨੂੰ ਫਿਰ ਅਪੋਸਟਲ ਜੀ ਨੇ ਵਰਡਸ ਦਿੱਤੇ ਕਿ ਤੁਸੀਂ ਟੈਸਟਮਨੀ ਦੇ ਨਾਲ ਵਾਪਸ ਆ ਰਹੇ ਹੋ। ਪ੍ਰੇਅਰ ਤੋਂ ਬਾਅਦ ਮੈਨੂੰ ਕੋਈ ਵੀ ਦੁਸ਼ਟ ਆਤਮਾ ਦਾ ਅਟੈਕ ਨਹੀਂ ਹੋਇਆ, ਨਾ ਕੋਈ ਦੁਬਾਰਾ ਸਪੋਰਟਿੰਗ ਹੋਈ ਔਰ ਪਰਮੇਸ਼ਰ ਨੇ ਮੈਨੂੰ ਔਰ ਮੇਰੇ ਬੇਬੀ ਨੂੰ ਸੇਫ ਰੱਖਿਆ। ਔਰ 20 ਨਵੰਬਰ 2024 ਦੇ ਵਿੱਚ ਪਰਮੇਸ਼ਰ ਨੇ ਮੈਨੂੰ ਹੈਲਦੀ ਬੇਬੀ ਬॉय ਦੇ ਨਾਲ ਬਲੈਸ ਕੀਤਾ। ਜਦੋਂ ਮੈਂ ਆਪਣਾ ਬੇਬੀ ਆਪਣੇ ਹੱਥਾਂ 'ਚ ਲਿਆ ਸੇਫਲੀ ਔਰ ਹੈਲਦੀ ਬੇਬੀ ਬॉय ਦੇ ਨਾਲ ਪ੍ਰਭੂ ਨੇ ਮੈਨੂੰ ਬਲੈਸ ਕੀਤਾ ਔਰ ਮੈਂ ਉਸ ਵਕਤ ਪ੍ਰਭੂ ਦੇ ਦਾਸ ਦੇ ਸ਼ਬਦਾਂ ਨੂੰ ਰਿਮੈਂਬਰ ਕੀਤਾ ਔਰ ਮੈਂ ਬਹੁਤ ਆਨੰਦਿਤ ਸੀ ਆਪਣੇ ਸੇਫ ਬੇਬੀ ਨੂੰ ਆਪਣੇ ਹੱਥਾਂ 'ਚ ਲੈ ਕੇ ਔਰ ਮੇਰਾ ਹੈਲਦੀ ਬੇਬੀ ਬॉय ਹੋਇਆ ਜਿਸ ਦਾ ਨਾਮ ਇਜ਼ਰਾਈਲ ਆ। ਅੱਜ ਮੇਰਾ ਬੇਟਾ 6 ਮੰਥ ਦਾ ਹੋ ਚੁੱਕਿਆ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਹੁਣ ਅਸੀਂ ਆਪਣੇ ਬੇਬੀ ਦੇ ਨਾਲ ਬਹੁਤ ਖੁਸ਼ ਹਾਂ। ਮੈਂ ਔਰ ਮੇਰੇ ਹਸਬੈਂਡ ਬਹੁਤ ਇੰਜੋਏ ਕਰਦੇ ਹਾਂ ਬੇਬੀ ਦਾ ਨਾਲ। ਅਸੀਂ ਉਹਨੂੰ ਘੁਮਾਉਣ ਲੈ ਜਾਂਦੇ ਹਾਂ, ਉਹਨੂੰ ਕੱਪੜੇ ਲੈ ਕੇ ਦਿੰਦੇ ਹਾਂ ਔਰ ਜੋ ਡਿਜ਼ਾਇਰ ਸੀ ਸਾਡੀਆਂ ਉਹ ਸਭ ਅਸੀਂ ਪੂਰੀਆਂ ਕਰ ਰਹੇ ਹਾਂ ਆਪਣੇ ਬੇਬੀ ਦੀਆਂ। ਹੁਣ ਜਦੋਂ ਲੋਕ ਮੇਰੇ ਬੇਬੀ ਨੂੰ ਦੇਖਦੇ ਆ ਉਹ ਬਹੁਤ ਖੁਸ਼ ਹੁੰਦੇ ਆ ਔਰ ਸਾਰੇ ਕਹਿੰਦੇ ਬੇਬੀ ਬਹੁਤ ਕਿਊਟ ਆ, ਮਤਲਬ ਇਹਦੇ ਤੇ ਬਹੁਤ ਗ੍ਰੇਸ ਆ ਇਹਦੇ ਫੇਸ ਤੇ। ਜਿਨ੍ਹਾਂ ਭੈਣਾਂ ਉੱਤੇ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਆ ਔਰ ਜਿਨ੍ਹਾਂ ਭੈਣਾਂ ਕੋਲ ਅੱਜ ਬੇਬੀ ਨਹੀਂ ਆ, ਮੈਂ ਇਹ ਮੈਸੇਜ ਦੇਣਾ ਚਾਹੁੰਦੀ ਉਹਨਾਂ ਭੈਣਾਂ ਨੂੰ ਕਿ ਤੁਸੀਂ ਵੀ ਪਰਮੇਸ਼ਰ ਤੇ ਵਿਸ਼ਵਾਸ ਕਰੋ ਔਰ ਤੁਸੀਂ ਵੀ ਪਰਮੇਸ਼ਰ ਦੇ ਦਾਸ ਦੇ ਵਰਡਸ ਦੇ ਉੱਤੇ ਬਿਲੀਵ ਕਰੋ ਔਰ ਤੁਸੀਂ ਵੀ ਟੈਸਟਮਨੀਜ਼ ਦੇ ਨਾਲ ਵਾਪਸ ਆਓਗੇ। ਤੁਸੀਂ ਪਰਮੇਸ਼ਰ ਤੇ ਫੇਥ ਰੱਖੋ ਔਰ ਪਰਮੇਸ਼ਰ ਦੇ ਨਾਲ ਜੁੜੇ ਰਹੋ, ਪਰਮੇਸ਼ਰ ਦੇ ਭਵਨ ਦੇ ਨਾਲ ਜੁੜੇ ਰਹੋ ਤੇ ਪਰਮੇਸ਼ਰ ਤੁਹਾਨੂੰ ਵੀ ਟੈਸਟਮਨੀ ਦੇ ਨਾਲ ਲੈ ਕੇ ਆਏਗਾ। मैं इस ਵੱਡੇ ਛੁਟਕਾਰੇ ਲਈ ਔਰ ਵੱਡੀ ਬਲੇਸਿੰਗ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਔਰ ਪਰਮੇਸ਼ਵਰ ਦੇ ਦਾਸ ਦਾ ਵੀ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ।
हालेलुया। परमेश्वर ने इस बहन की जिंदगी में बहुत ही बड़ा और अद्भुत काम किया और हमारा विश्वास है जब आप इस बहन की इस गवाही को सुनेंगे तो आप विश्वास करेंगे कि प्रभु यीशु मसीह आज भी जीवित परमेश्वर है और बड़े वो अद्भुत काम करते हैं। तो आइए इस बहन की इस मार्वलस टेस्टिमनी को हम देखते हैं। हालेलुया, सबको जय मसीह। मेरे नाम गौड़ी है, मैं दिल्ली के रहने वाली हूँ। आज मैं अपने जीवन की सबसे अद्भुत बड़ी गवाही देने जा रही हूँ। 2012 में मेरी शादी हुई। शादी के बाद मैं गलत संगति में चली गई क्योंकि मेरी सहेलियाँ जो थी नशे व्यभिचार में थी और उसके संगति के कारण मैं व्यभिचार में चली गई। घर वालों को पता लगा तो मुझे बहुत समझाया, बोला बेटा ये काम मत करो। बहुत समझाते थे क्योंकि तुम शादीशुदा हो, यदि ये काम करोगे तो भाई घर वाले छोड़ देंगे। उसके बाद मेरे पति के भी पता लग गए, ससुराल वाले के भी पता लग गए। वो लोग बहुत समझाए मुझे, लेकिन मैं किसी की बातों में नहीं आती थी। मेरे पति समझाने की बहुत कोशिश किया लेकिन मैं समझ नहीं रही थी कि उसके बाद फिर लड़ाई झगड़ा बहुत घर में कलेश होने लगी। इसी के कारण मेरे 2016 में डिवोर्स हो गए पति पत्नी में। वो मुझसे अलग हो गए, मैं भी अलग हो गए। जब मेरे पति पत्नी में डिवोर्स हो गया था तो मैं अपनी मैके आ गई थी। अकेली महसूस करती थी, मैं किसी के बात पसंद नहीं करती थी। घर में रहना भी अच्छा नहीं लगता था मुझे। समझ में नहीं आ रही थी मैं करूँ क्या और कहाँ जाऊँ, समझ में नहीं आ रहे थे। घर वाले मुझे अलग कर दिए, बोला हम जब वो ससुराल वाले तुझे छोड़ दिया तो मैं भी नहीं रख पाऊँगी क्योंकि हमारे बस के नहीं है, हमारी समझ से बाहर है। मैं छोटा सा लड़का लेके, मुझे ये नहीं समझ में आ रहा था दिल्ली है कहाँ और कौन कौन में दिल्ली है, मुझे नहीं समझ में आई। जब लड़का को लेके मैं ट्रेन में बैठ गई, ट्रेन में भटक रही थी, जाना कहाँ है किधर नहीं जाना है, मुझे कुछ समझ में नहीं आ रहे थे। जब मैं दिल्ली आई, जॉब करना चालू किया, फिर जॉब पे जब जाने लगी तो कंपनी में बहुत ही औरतें सब नशा करती थी भाइयों सब। तो बोला मैं गुमसुम रहती थी बहुत। तो धीरे धीरे सारे बहनों पूछने लगी से तुम्हारे इतना गुमसुम क्यों रहते हो। तो मैं बोली अपनी मतलब अपने बारे में बताने लगे, ऐसे बात है। तो बोला कोई बात नहीं, तुम नशा करोगे ना तो तुम्हारे जीवन से जो टेंशन है ना वो फ्री हो जाओगे। उनके कहने पर मैं पहली बार शराब के नशा किया था। नशा करने के बाद जब मैं नशा करती थी ना तो मुझे ये नहीं पता लगता था मैं हूँ कहाँ पे। मेरे लड़का कहीं और हो, मैं कहीं और हूँ। लेकिन सब कहते थे पीने के बाद ना सब कुछ भूल जाते, लेकिन मुझे कुछ भूल नहीं पा रही थी क्योंकि और ज़्यादा मेरी डिप्रेशन बढ़ती जा रही थी। क्योंकि मैं ये चीज़ देख रही थी ना, मैं सोचती थी सब कहते नशा करने से ये चीज़ से फ्री हो जाते, लेकिन मैं फ्री नहीं हो पा रही थी। फिर धीरे धीरे मेरी नशा बढ़ती गई। बियर फिर पीने लगी, चुपके से सिगरेट पीने लगी। और जब मैं नशा उतरते मैं अकेले रूम में जाके रोती रहती थी। मैं कहती थी ये मेरी लाइफ ऐसे जिएगा कि घर वाले भी छोड़ दिए, ससुराल वाले भी छोड़ दिए, पति डिवोर्स ले लिया, लेकिन मेरी लाइफ ऐसी रहेगी क्या, मेरी ज़िंदगी ऐसी रहेगी क्या। मैं ये सोचती थी अपने बच्चे के बारे में। सब मैं ये नशा कर रही हूँ, मैं बेविचार कर रही हूँ, मेरी स्थिति ये हाल है तो मेरा लड़का क्या हाल होगा। मेरे लड़का भी मेरे देख के करने लगेगा। मैं निकलना चाहती थी लेकिन निकल नहीं पा रही थी चीज़। 2-3 साल के बच्चे थे, मुझे ये भी सोचने रहते थे मेरे लड़का कहाँ है, कहाँ पर हुआ, मैं कहाँ पर ही हूँ। क्योंकि खाने के लिए मैं तड़पती रहती थी। मुझे ये भी नहीं लगता था मेरा क्या खाओ क्या नहीं खाओ। रोटी के लिए, दाने के लिए मैं तड़पती रहती थी। ऐसी जिंदगी मेरी हो गई थी नशे के कारण, बेविचार के कारण। मैं फ्री होना चाहती थी लेकिन फ्री नहीं हो पा रही थी। लोगों के साथ लड़ती थी, चोरी भी करने लगी, जेब काटने लगी थी, मैं पैसों से छीनने लगी थी रास्ता पर चलते फिरते। ऐसे नशे के कारण मैं नशा करने लगूँ, मतलब ऐसे करूँगी तो मेरे बच्चे पल जाएगा, पैसे आ जाएंगे हाथ में। इसके कारण मैं बहुत डिप्रेशन में आ गया, तो मुझे कुछ समझ में नहीं दिखाई। एक दिन मैं फ़ोन पे ऐसे यूट्यूब चला रही थी तो एकदम शंकुरनला मिनिस्ट्री का वीडियो आ गया। फिर लोग नशे का गवाही दे रहे थे, डिप्रेशन की गवाही दे रहे थे। बहुत ऐसी गवाही सुन रही थी मैं। लोग बेघर थे, बहुत ऐसे टूटे घर, बिखरा हुआ घर, लोगों को परमेश्वर जोड़ दिया, ये सब मैं सुन रही थी, देख रही थी। जैसे मैं वीडियो को देखते गई मेरे अंदर से बहुत सारी शांति मिलती थी। इतनी शांति मिलती थी ना, फिर मैं धीरे धीरे मेरे अंदर एक चाहत सी भर गई से मैं एक बार खामरा चर्च जाऊँ और देखूँ। 2018 को खामरा चर्च आई मैं। फिर उस दिन प्रभु के दास ने प्रार्थना की और नशे की आत्मा को डांटा। मैं नशे की आत्मा को डांटदा हां। आई रिब्यूक दैट स्पिरिट। और नशे दा आत्मा चला जाए। जेड़े आमीन बोल रहे हो, रिसीव कर रहे इस पावर नु। आई तो नशा करने दिल तेरा नहीं करेगा, तुम कर नहीं पाओगे। ताड़ी बॉडी डिफरेंट रिएक्ट करेगी। परमेश्वर दा आत्मा में दस रहे हैं। और नशा तेरे अंदर नहीं जाएगा। आई तो ताड़ी बॉडी नु मैं सील करदा परमेश्वर दे ब्लड दे नीचे।
और नशे तो तुसी आजाद हो अगर आमीन तेरे ढिड चो निकले और मुंह चो ऊंचा निकले। उस पेड़ के विश्वास के साथ मैंने ग्रहण किया और उसी टाइम मुझे उल्टी आई। और जैसे उल्टी आई मैं बिल्कुल फ्री हो गई। उस टाइम बिल्कुल हल्का महसूस हुआ, गर्माहट सी शरीर में आई और एकदम से उल्टी आई और उसी टाइम मैं फ्री हो चुकी। जब मैं उस दिन घर गई और बिल्कुल सी शांति महसूस हुआ और नशे से बिल्कुल मेरी मन हट गई, बदबू सी आने लगी। अब मैं नशे से, बेविचार से, डिप्रेशन से, हर एक तरह के प्रॉब्लम से मैं बिल्कुल फ्री हो चुकी हूँ। अभी मैं प्रभु को अपना जीवन दे चुकी हूँ और मैं बहुत ब्लेस हूँ। नशे से, बेविचार से, डिप्रेशन से, हर एक प्रॉब्लम से परमेश्वर मुझे आज़ाद किया। मैं बिल्कुल फ्री हूँ। मेरी मम्मी पापा भी अपना लिया है और फैमिली वाले सारे आते हैं जाते हैं, हम भी जाते हैं और मेरे बिजनेस भी ब्लेस है और मैं भी ब्लेस हूँ और बहुत खुश हूँ। जो बहनें आज भी नशे में है, बेविचार में है, मैं यही मैसेज दे रही हूँ क्योंकि परमेश्वर के अलावा कुछ भी नहीं है। एक ही जिंदा जीवित परमेश्वर है जो नशे से, बेविचार से आज़ाद कर सकता है। क्योंकि मैं भी बहुत दर दर भटकी लेकिन मुझे कहीं रास्ता नहीं दिखाई दिया। एक ही परमेश्वर है जो धरती और आकाश को बनाने वाला परमेश्वर है। वही एक ही परमेश्वर है जो तुम्हें नशे और बेविचार से, उन भाई और बहनों को आज़ाद कर सकता है। मेरा परमेश्वर जैसे मुझे पाप भरी जिंदगी से, गंदगी से निकाला है, ऐसे आपको भी निकालेगा। मैं इस बड़ी छुटकारे के लिए परमेश्वर को धन्यवाद देती हूँ और परमेश्वर के दास और दासन के भी धन्यवाद देती हूँ। सबको जय मसीह। जब इनकी मैरिज हुई तब ये बहुत आनंदित थे, पर एक ऐसी खुशी जो ये चाहते थे इनके पास नहीं थी, जिसकी वजह से इनकी लाइफ में रोने के अलावा और कुछ भी रह नहीं गया था और बहुत ज्यादा परेशानियों का इनको सामना करना पड़ा। पर एक टाइम आया जब परमेश्वर ने इनकी जिंदगी में काम किया और इनकी लाइफ में से हर तरह के रोने को, उदासी को, निराशा को खत्म करके एक ऐसा आनंद भरा कि उसके बाद ये कभी भी रोए नहीं और परमेश्वर में ये आनंदित है। तो आइए इनकी इस अद्भुत गवाही को हम देखते हैं। सारे जय मसीह दी। मेरा नाम सरबजीत सिंह है, मेरी वाइफ का नाम सुनीता। आप गुरदासपुर धारीवाल के रहने वाले हाँ। अज आप अपने जीवन की सब तो वड्डी गवाही देन जा रहे हैं। 2013 में साडा विआह होया। आप विआह तो बाद बहुत ज़्यादा खुश सी। विआह तो बाद आप बेबी प्लान बारे सोचा लेकिन मेरी वाइफ नूं बेबी नहीं सी हो रहा क्योंकि ये पीरियड्स जिहड़े रैगूलर नहीं सी। हल्का जिहा दाग ही लगता सी। 6 महीने नूं पीरियड्स नहीं आउंदे। जदों बेबी नहीं सी कंसीव हो रहा फिर मैं आया तो मेरी वाइफ ने सोचा कि आपां किस चंगे डॉक्टर नूं विखा लीए क्योंकि आप फिर किहनूं कहंदे बटाले शहर के बहुत वधिया डॉक्टर कोलों गए। जदों असीं बटाले ते चंगे डॉक्टर कोलों गए तो उन्होंने स्कैन करके सानूं दोनों नूं दस्सिया भी तेरी वाइफ दे यूटरस विच रसौलियां ने पानी वालियां ते नाल की सोज भी आ, इस करके तुसीं बेबी कंसीव नहीं कर पा रहे। फिर बटाले दे डॉक्टर ने मैडिसिन खाण नूं दित्ती। मेरी वाइफ ने रैगूलर साल 1.5 साल मैडिसिन खाधी पर फिर भी उहदे कोल रिजल्ट नहीं सी मिल रहा। फिर आपां एक घुमाणा दा डॉक्टर फिर उहदे कोल गए, उन्होंने भी मैडिसिन लगातार दित्ती पर नहीं सी फर्क पै रहा। फिर उस तो बाद फिर एक डॉक्टर को गए, दूसरे को धारीवाल दे को, लेकिन उहदे कोल कोई फर्क नहीं पिया। इस तरह करते करते आपां 2-3 डॉक्टर बदल दिते पर फिर किसी ने सानूं दस पाई कि कोई देसी दवाई खवा के वेख लो शायद उहदे नाल फर्क पै जाए। लगातार दवाई खाण नाल मेरी वाइफ नूं कोई रिजल्ट नहीं सी मिल रहा, इसलिए बेबी कंसीव नहीं सी हो रहा। 2017 में जो मेरी वाइफ पहली बार प्रैगनेंट होए तो मैं, मेरी वाइफ, मेरा परिवार सारा बहुत खुश सी। तो 3 महीने अचानक मेरी वाइफ नूं ब्लीडिंग हुई तो मैं फटाफट नज़दीकी डॉक्टर को लैके गया। डॉक्टर ने चैकअप करके दस्सिया कि तुहाडी वाइफ का मिसकैरेज हो चुका है। जो डॉक्टर ने चैकअप करके सानूं दस्सिया कि तुहाडा बेबी डैड हो चुका वा, फिर मैं तो मेरी वाइफ इन्ना दुखी होए कि इन्ने चिर बाद सानूं भी मिलिया वा ते साडियां सारियां खुशियां जिहड़ियां तबाह हो गईयां। तो फिर मैं आण के अपने परिवार नूं दस्सिया तो मेरी माँ भी इन्ना रोई जिहड़ा कि साबरी भी मेरे पुੱਤ नूं 4 सालों बाद बेबी मिलिया पर फिर वो भी नहीं किसी कहते बच पाया। फिर आप बड़े दुखी रहन लग पे तो मेरी वाइफ भी डिप्रैशन च रहन लग पई, किसी ने वो जी गल नहीं करती हैगी। फिर असी कुछ देर बाद फिर बेबी प्लान किया तो मेरी वाइफ फिर प्रैगनेंट होए तो फिर साडे बड़े चाਅ सीगे भी हुण ते साडे चाਅ पूरे हो जाणगे।
ਪਰ ਫਿਰ ਵੀ ਜਦੋਂ ਮੇਰੀ ਵਾਈਫ ਦੂਸਰੇ ਮਹੀਨੇ ਵਿੱਚ ਜਦੋਂ ਹੋਏ ਪ੍ਰੈਗਨੈਂਟ ਹੋਏ ਨੂੰ, ਤੇ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਬਲੀਡਿੰਗ ਆਈ, ਤੇ ਫਿਰ ਆਪਾਂ ਨਜ਼ਦੀਕੀ ਡਾਕਟਰ ਕੋਲ ਗਏ ਤਾਂ ਉਹਨਾਂ ਨੇ ਚੈੱਕਅਪ ਕੀਤਾ ਵੀ ਤੁਹਾਡਾ ਬੇਬੀ ਇਹ ਵੀ ਨਹੀਂ ਰਿਹਾ ਹੈਗਾ। ਅਪ੍ਰੈਲ 2023 ਵਿੱਚ ਮੇਰੀ ਵਾਈਫ ਫਿਰ ਪ੍ਰੈਗਨੈਂਟ ਹੋਏ ਤੀਸਰੀ ਵਾਰ। ਤਾਂ ਸਭ ਕੁਝ ਸਹੀ ਚੱਲਣ ਡਿਆ ਸੀ, ਬੜਾ ਵਧੀਆ, ਆਪਾਂ ਖੁਸ਼ ਸੀ। ਪਰ ਫਿਰ ਵੀ ਜਦੋਂ ਆਪਾਂ ਲਾਸਟ ਦੇ ਦਿਨਾਂ ਵਿੱਚ 9ਵੇਂ ਮਹੀਨੇ ਪਹੁੰਚੇ ਤਾਂ ਜਦੋਂ ਮੇਰੀ ਵਾਈਫ ਦੇ ਪੇਨ ਨਿਕਲਣ ਲੱਗ ਪਈ ਪੇਟ 'ਚ, ਤੇ ਫਿਰ ਉਸ ਤੋਂ ਬਾਅਦ ਆਪਾਂ ਡਾਕਟਰ ਕੋਲ ਚੈੱਕਅਪ ਕਰਾਉਣ ਗਏ। ਜਦੋਂ ਮੈਂ ਆਪਣੀ ਵਾਈਫ ਨੂੰ ਹਸਪੀਟਲ ਲੈ ਕੇ ਗਿਆ ਤਾਂ ਮੇਰੀ ਵਾਈਫ ਦਾ ਡਾਕਟਰ ਨੇ ਚੈੱਕਅਪ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਬੇਬੀ ਦੀ ਧੜਕਣ ਨਹੀਂ ਲੱਭ ਰਹੀ। ਫਿਰ ਉਹਨਾਂ ਨੇ ਸਕੈਨ ਕਰਕੇ ਦੇਖਿਆ ਕਿ ਬਿਲਕੁਲ ਹੀ ਡੈੱਡ ਹੋ ਚੁੱਕਾ ਬੇਬੀ ਤੁਹਾਡਾ। ਜਦੋਂ ਡਾਕਟਰਾਂ ਨੇ ਡਿਲੀਵਰੀ ਕੀਤੀ ਤੇ ਫਿਰ ਜਦੋਂ ਬੇਬੀ ਨੂੰ ਲਿਆ ਕੇ ਸਾਡੇ ਹੱਥਾਂ ਵਿੱਚ ਦਿੱਤਾ ਤਾਂ ਬੇਬੀ ਉਸ ਟਾਈਮ ਡੈੱਡ ਹੋ ਚੁੱਕਾ ਸੀ, ਪੇਟ ਵਿੱਚ ਹੀ ਡੈੱਡ ਹੋ ਚੁੱਕਾ ਸੀ। ਤੇ ਜਦੋਂ ਲਿਆ ਕੇ ਸਾਡੇ ਹੱਥਾਂ ਵਿੱਚ ਦਿੱਤਾ ਤੇ ਮਾਤਾ ਮੇਰੀ ਤੇ ਬਹੁਤ ਜ਼ਿਆਦਾ ਰੋਏ ਤੇ ਨਾਲ ਪਰਿਵਾਰ ਹੀ ਮੇਰਾ ਡੈਡੀ ਵੀ। ਜਦੋਂ ਮੇਰੀ ਵਾਈਫ ਨੂੰ ਵੀ ਪਤਾ ਲੱਗਾ ਕਿ ਮੇਰਾ ਬੇਬੀ ਡੈੱਡ ਹੋ ਚੁੱਕਾ ਹੈ, ਪਰ ਇਹ ਵੀ ਆਪਣੇ ਆਪ ਨੂੰ ਸੰਭਾਲ ਨਹੀਂ ਸਕੀ। ਜਦੋਂ ਤੀਸਰਾ ਬੱਚਾ ਵੀ ਸਾਡਾ ਡੈੱਡ ਹੋ ਗਿਆ ਤਾਂ ਆਪਾਂ ਇੱਕ ਇਹੀ ਮਨ 'ਚ ਸੋਚਦੇ ਰਹਿੰਦੇ ਹੁੰਦੇ ਸੀ ਕਿ ਪਤਾ ਨਹੀਂ ਹੁਣ ਗਾੜੀ ਬੇਬੀ ਹੋਏਗਾ ਕਿ ਨਹੀਂ ਹੋਏਗਾ। ਮੈਂ ਜਦੋਂ ਕੰਮ ਤੇ ਜਾਂਦਾ ਸੀਗਾ ਤੇ ਫਿਰ ਲੋਕੀ ਮੈਨੂੰ ਪੁੱਛਦੇ ਸੀਗੇ ਕਿ ਬੇਬੀ ਕਿੱਦਾਂ, ਕਿੰਨੇ ਸਾਲ ਵਿਆਹ ਨੂੰ ਹੋ ਗਏ, ਤਾਂ ਮੈਂ ਡਰਦਾ ਦੱਸਦਾ ਵੀ ਨਹੀਂ ਹੁੰਦਾ ਕਈ ਵਾਰੀ ਕਿ ਕਿਹਨੂੰ ਕਹਿੰਦੇ ਮੇਰੇ 2013 'ਚ ਸ਼ਾਦੀ ਹੋਈ ਪਈ, ਇੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ। ਤੇ ਜੇ ਕਿਸੇ ਨੇ ਬੱਚੇ ਨੂੰ ਪੁੱਛਣਾ ਤੇ ਮੈਂ ਕਹਿ ਦੇਣਾ ਵੀ ਮੇਰੇ ਬੱਚੇ ਜਿਹੜੇ ਪੜ੍ਹਾਈ ਕਰਦੇ ਆ, ਸਕੂਲ ਵਿੱਚ ਪੜ੍ਹਦੇ ਆ। ਉਹ ਜਦੋਂ ਮੈਂ ਲੋਕਾਂ ਨੂੰ ਇਦਾਂ ਦਾ ਝੂਠ ਬੋਲ ਦੇਣਾ ਵੀ ਮੇਰੇ ਬੱਚੇ ਪੜ੍ਹਦੇ ਆ, ਤੇ ਫਿਰ ਬਾਅਦ ਵਿੱਚ ਮੈਂ ਬੜਾ ਦੁਖੀ ਹੋਣਾ ਘਰ ਆਣ ਕੇ ਵੀ ਸਾਡੇ ਕੋਲ ਕਿਹਨੂੰ ਕਹਿੰਦੇ ਕਿਉਂ ਨਹੀਂ ਬੇਬੀ ਹੈਗਾ। ਤੇ ਮੇਰੇ ਮਨ ਨੂੰ ਵੀ ਬਹੁਤ ਸਾਰੀ ਪਰੇਸ਼ਾਨੀ ਹੋਣੀ, ਮੈਂ ਬਹੁਤ ਜ਼ਿਆਦਾ ਦੁਖੀ ਹੋਣਾ ਵੀ ਮੇਰੇ ਨਾਲ ਕਿਉਂ ਇਦਾਂ ਹੁੰਦਾ ਹਰ ਵਾਰੀ। ਮੈਂ ਬਹੁਤ ਦੁਖੀ ਹੋ ਗਈ, ਮੈਂ ਅੰਦਰੋਂ ਟੁੱਟ ਗਈ ਵੀ ਮੇਰੇ ਨਹੀਂ ਕਦੀ ਵੀ ਬੇਬੀ ਹੋਣਾ। ਜਦੋਂ ਮੈਂ ਬਾਜ਼ਾਰ ਦੇ ਵਿੱਚ ਜਾਣਾ, ਮੈਂ ਜਦੋਂ ਚੀਜ਼ਾਂ ਵੇਖਣੀਆਂ, ਕੱਪੜੇ ਸੂਜ ਵਗੈਰਾ ਵੇਖਣੇ, ਤੇ ਮੇਰੇ ਦਿਲ ਨੂੰ ਬੜਾ ਖਿੱਚ ਜੀ ਪੈਣੀ ਵੀ ਮੇਰਾ ਵੀ ਬੇਬੀ ਹੁੰਦਾ ਅੱਜ ਨੂੰ ਮੈਂ ਆਪਣੇ ਘਰ ਇਹ ਚੀਜ਼ ਖੜਦੀ। ਇਸ ਦੌਰਾਨ ਸਾਡੇ ਰਿਸ਼ਤੇਦਾਰ ਨੇ ਸਾਨੂੰ ਖਾਂਬੜਾ ਚਰਚ ਬਾਰੇ ਦੱਸਿਆ। ਉੱਥੇ ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰਦਾ, ਜਿਨ੍ਹਾਂ ਕੋਲੋਂ ਬੇਬੀ ਨਹੀਂ, ਬੇਬੀ ਨਾਲ ਬਲੈਸ ਹੁੰਦੇ ਨੇ। ਮੈਂ ਆਪਣੇ ਹਸਬੈਂਡ ਨੂੰ ਬੋਲਿਆ ਆਪਾਂ ਵੀ ਉੱਥੇ ਜਾਵਾਂਗੇ। ਜਦੋਂ ਅਸੀਂ ਖਾਂਬੜਾ ਚਰਚ ਵਿੱਚ ਆਏ, ਜਦੋਂ ਅਗਵਾਈਆਂ ਨੂੰ ਸੁਣਿਆ ਤਾਂ ਸਾਡਾ ਦਿਲ ਹੋਰ ਵੀ ਮਜ਼ਬੂਤ ਹੋ ਗਿਆ। ਸਾਨੂੰ ਵਿਸ਼ਵਾਸ ਹੋ ਗਿਆ ਵੀ ਆਪਾਂ ਬੇਬੀ ਇੱਥੋਂ ਲੈ ਕੇ ਜਾਵਾਂਗੇ, ਸਾਨੂੰ ਖੁਦਾ ਜ਼ਰੂਰ ਦੇਵੇਗਾ। ਫਿਰ 11 ਜੂਨ 2024 ਦੇ ਵਿੱਚ ਕਰੂਸਡ ਹੋਇਆ ਅੰਮ੍ਰਿਤਸਰ ਦੇ ਵਿੱਚ। ਜਦੋਂ ਖੁਦਾ ਦੇ ਦਾਸ ਨੇ ਉੱਥੇ ਪ੍ਰੇਲ ਕੀਤੀ ਜਿਨ੍ਹਾਂ ਕੋਲ ਬੇਬੀ ਨਹੀਂ ਆ, ਬੇਬੀ ਦੇ ਨਾਲ ਬਲੈਸ ਹੋਣਗੇ। यीशु का आत्मा आपसे कह रहा है मेरी बेटी शर्माना मत, आपके पेट से रसौलियों को गायब होते हुए देख रहा हूं। गवाही देने के लिए शर्माना मत, नहीं तो खुदा की महिमा नहीं होगी। और बाइबल कहती है वो अपनी महिमा के लिए आपको चंगा करता है। यीशु के नाम में चंगे हो जाओ, यीशु के नाम में बांझपन जाता रहे, यीशु के नाम में आमीन हो जाए। आशीष तुम्हारी है। ਜਦੋਂ ਖੁਦਾ ਦੇ ਦਾਸ ਨੇ ਉੱਥੇ ਦੁਆ ਕੀਤੀ ਜਿਨ੍ਹਾਂ ਕੋਲ ਬੇਬੀ ਨਹੀਂ ਆ, ਬੇਬੀ ਦੇ ਨਾਲ ਬਲੈਸ ਹੋਣਗੇ। ਉਸ ਪ੍ਰਾਰਥਨਾ ਨੂੰ ਗ੍ਰਹਿਣ ਕਰਨ ਤੋਂ ਬਾਅਦ ਮੇਰੀ ਬੋਡੀ ਬਹੁਤ ਹਲਕੀ ਹੋਈ। ਉਸ ਤੋਂ ਬਾਅਦ ਮੈਨੂੰ ਮਾਊਂਟਿੰਗ ਆਏ। ਅਗਸਤ 2024 ਦੇ ਵਿੱਚ ਚੌਥੀ ਵਾਰ ਮੈਂ ਪ੍ਰੈਗਨੈਂਟ ਹੋਈ। ਉਸ ਤੋਂ ਬਾਅਦ ਕੋਈ ਮੈਨੂੰ ਬਲੀਡਿੰਗ ਨਹੀਂ, ਕੋਈ ਮੈਨੂੰ ਪ੍ਰੋਬਲਮ ਨਹੀਂ, ਕੋਈ ਮੇਰੇ ਦਰਦ ਨਹੀਂ, ਕੁਛ ਨਹੀਂ ਹੋਇਆ। ਪਰਮੇਸ਼ਰ ਨੇ ਮੈਨੂੰ ਤੇ ਮੇਰੇ ਬੇਬੀ ਨੂੰ 9 ਮਹੀਨੇ ਸੰਭਾਲ ਕੇ ਰੱਖਿਆ। 24 ਮਾਰਚ 2025 ਨੂੰ 12 ਸਾਲ ਬਾਅਦ ਪਰਮੇਸ਼ਰ ਨੇ ਬੇਬੀ ਗਰਲ ਦੇ ਨਾਲ ਬਲੈਸ ਕੀਤਾ। ਜਦੋਂ ਡਾਕਟਰ ਨੇ ਮੈਨੂੰ ਬੇਬੀ ਹੱਥਾਂ ਦੇ ਵਿੱਚ ਦਿੱਤਾ, ਮੈਂ ਬਹੁਤ ਜ਼ਿਆਦਾ ਖੁਸ਼ ਸੀ। 12 ਸਾਲ ਬਾਅਦ ਜਦੋਂ ਮੈਨੂੰ ਬੇਬੀ ਦੇ ਨਾਲ ਬਲੈਸ ਕੀਤਾ ਤੇ ਮੈਂ ਪਰਮੇਸ਼ਰ ਦਾ ਬਹੁਤ ਵੱਡਾ ਧੰਨਵਾਦ ਕੀਤਾ। ਹੁਣ ਮੈਂ ਆਪਣੇ ਬੱਚੇ ਨਾਲ ਬਹੁਤ ਜ਼ਿਆਦਾ ਖੁਸ਼ ਹਾਂ। ਜਦੋਂ ਮੈਂ ਕੰਮ ਤੋਂ ਆਉਣਾ ਵਾਂ ਤਾਂ ਮੈਂ ਆਣ ਕੇ ਜਦੋਂ ਆਪਣੇ ਬੇਬੀ ਨੂੰ ਵੇਖਣਾ ਵਾਂ ਤਾਂ ਮੈਂ ਬੜਾ ਖੁਸ਼ ਜਿਹਾ ਹੁੰਦਾ ਵਾਂ, ਤੇ ਨਾਲੇ ਜਦੋਂ ਚੁੱਕਦਾ ਵਾਂ ਮੈਨੂੰ ਬੜਾ ਵਧੀਆ ਫੀਲ ਹੁੰਦਾ ਵਾ ਵੀ ਕਿਹਨੂੰ ਕਹਿੰਦੇ ਆ ਪਰਮੇਸ਼ਰ ਨੇ ਮੈਨੂੰ ਵੀ ਇੱਕ ਬੱਚੇ ਨਾਲ ਬਲੈਸ ਕੀਤਾ ਵਾ। ਹੁਣ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ, ਕੋਈ ਨਿਰਾਸ਼ਾ ਨਹੀਂ, ਕੋਈ ਇਹੋ ਜਿਹਾ ਦੁੱਖ ਨਹੀਂ ਆ। ਜਿਨ੍ਹਾਂ ਕੋਲ ਬੇਬੀ ਨਹੀਂ ਆ ਮੈਂ ਉਹਨਾਂ ਨੂੰ ਇਹੀ ਮੈਸੇਜ ਦਿੰਦਾ ਵਾਂ ਕਿ ਪ੍ਰਭੂ ਯੀਸ਼ੂ ਕੋਲ ਆਓ, ਉਹ 'ਤੇ ਵਿਸ਼ਵਾਸ ਰੱਖੋ। ਜਿਸ ਤਰ੍ਹਾਂ ਸਾਨੂੰ 12 ਸਾਲਾਂ ਬਾਅਦ ਪਰਮੇਸ਼ਰ ਨੇ ਧੀ ਦੀ ਦਾਤ ਦਿੱਤੀ ਆ ਤੇ ਸਾਡੀ ਸ਼ਰਮਿੰਦਗੀ ਨੂੰ ਦੂਰ ਕੀਤਾ ਵਾ, ਤੁਹਾਡੀ ਸ਼ਰਮਿੰਦਗੀ ਨੂੰ ਵੀ ਦੂਰ ਕਰੂਗਾ। ਵਿਸ਼ਵਾਸ ਨਾਲ ਲਓ, ਜੀਵਤ ਚਰਚ ਨਾਲ ਜੁੜੋ।
ਇਸ ਵੱਡੀ ਗਵਾਹੀ ਲਈ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ, ਪਰਮੇਸ਼ਰ ਦੇ ਦਾਸ ਦਾ ਦਾਸੀ ਦਾ ਧੰਨਵਾਦ ਕਰਦੀ। ਸਾਰਿਆਂ ਨੂੰ ਜੈ ਮਸੀਹ ਦੀ। तारीफ करें जोर से सब तालियों के साथ, जोर से जीवित परमेश्वर के नाम को महिमा दें, उसकी तारीफ करें सब जन। तेरा रूह सिखावे मैनू, मैं कुछ आप ना करा। तेरा रूह सिखावे मैनू, मैं कुछ आप ना करा। तेरा रूह सिखावे मैनू, मैं कुछ आप ना करा। तेरा रूह सिखावे मैनू, मैं कुछ आप ना करा। मेरे दिल दी कर अगवाई कि मैं कोई पाप ना करा। इस दिल दी कर अगवाई कि मैं कोई पाप ना करा। इस दिल दी कर अगवाई कि मैं कोई पाप ना करा। इस दिल दी कर अगवाई कि मैं कोई पाप ना करा। रूह पाक ली जिस्म मेरा, मेरे अंदर तेरा वास रहे। रूह पाक ली जिस्म मेरा, मेरे अंदर तेरा वास रहे। दुनिया सारी एक पासे, यसु मेरे लिए तू खास रहे। दुनिया सारी एक पासे, यसु मेरे लिए तू खास रहे। रखा जिंदगी विच सच्चाई, पावे जीवा या मरा। रखा जिंदगी विच सच्चाई, पावे जीवा या मरा। मेरे दिल दी कर अगवाई कि मैं कोई